चंडीगढ़ से निकलने के बाद पंजाब का प्रवेश द्वार है, लेकिन 4.5 साल में जो ये सरकार रही कांग्रेस की, इसने कुछ नहीं किया। ਤਾਂ ਕੋਈ ਬੰਦਾ ਖੜਨ ਨੂੰ ਜੀ ਨਹੀਂ ਕਰਦਾ, ਤਾਂ ਗੰਦਗੀ ਦੇ ਢੇਰਾਂ ਦੇ ਢੇਰ ਲੱਗੇ ਹੋਏ ਆ। ਐਮਐਲਏ ਬਣ ਤੋਂ ਪਹਿਲਾਂ ਬਲਬੀਰ ਸਿੱਧੂ ਕਹਿੰਦਾ ਸੀ ਮੈਂ ਕਮੇਟੀ ਵਿੱਚ ਲੈ ਕੇ ਆਉਂਗਾ, ਕਮੇਟੀ ਵਿੱਚ ਲੈ ਕੇ ਆਉਂਗਾ। ਅੱਜ ਆਂਦਾ ਕਮੇਟੀ ਵਿੱਚ ਲੋਕਾਂ ਨੂੰ ਲਾਰੇ। 10 ਕਿੱਲੇ ਜ਼ਮੀਨ 100 ਕਰੋੜ ਦੀ ਜ਼ਮੀਨ ਹੈ, ਇਹਨਾਂ ਨੇ 2.5 ਲੱਖ ਰੁਪਏ ਪਰ ਸਾਲ ਦੇ ਹਿਸਾਬ ਨਾਲ ਲੈ ਲਈ, 33 ਸਾਲ ਲੀਜ਼ ਤੇ। ਲੇਕਿਨ ਪਰਪਸ ਇਹਨਾਂ ਦਾ ਹੋਰ ਹੈ, ਇਹਨਾਂ ਨੇ ਜ਼ਮੀਨ ਉਹ ਵਾਪਸ ਦੇਣੀ ਨਹੀਂ ਬੁਲਾਉਂਦੀ। ਇੱਦਾਂ ਕਬਜ਼ਾ ਕਿੱਦਾਂ ਹੋ ਜਾਊਗਾ ਜੀ? ਅਸੀਂ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਲੱਗੇ ਜੀ, ਇੰਨੀ ਮਹਿੰਗੀ ਜ਼ਮੀਨ ਹੈ ਜੀ। ਕੋਰਟ ਕਚਹਿਰੀ ਕੁਛ ਨਹੀਂ ਹੈਗੀ, ਜੇ ਕਬਜ਼ਾ ਹੋਊਗਾ ਤਾਂ ਵਿੱਚ ਮੈਂ ਵੀ ਹੈਗਾ। ਫਿਰ ਕੱਢ ਕੇ ਬਾਹਰ ਮਾਰੇ ਦਾਗੀ ਕਰਕੇ, ਫਿਰ ਉਹਨੂੰ ਅੱਖਾਂ 'ਚ ਪਾਣੀ ਆਉਣ ਲੱਗ ਗਿਆ। ਇਹਨਾਂ ਲੋਕਾਂ ਦੇ ਅੱਖਾਂ 'ਚ ਪਾਣੀ ਆਉਂਦਾ, ਲੋਕ ਰੋਂਦੇ ਆ ਗਲੀਆਂ 'ਚ ਗੰਦ। ਮੈਂ ਮੰਨਦਾ ਬਲਬੀਰ ਸਿੱਧੂ ਕਹਿੰਦੇ ਜਗ੍ਹਾ ਦਬਲੀ। ਝੁੱਗੀਆਂ ਬਾਰੇ ਕੋਈ ਬੋਲਦਾ ਜਾ ਕੇ ਵੀ ਝੁੱਗੀਆਂ ਖਾਲੀ ਹੋਣੀ ਚਾਹੀਦੀਆਂ, ਝੁੱਗੀਆਂ ਖਾਲੀ ਕਰੋ ਜੀ। ਉਹ 14 ਏਕੜ ਜਗ੍ਹਾ ਸਾਡੀ ਦਬਲੀ ਅੱਗੇ ਤੇ ਅੱਗੇ, ਕੋਈ ਨਹੀਂ ਬੋਲਦਾ ਜੀ। ਇਹ ਨਹੀਂ ਹੈਗਾ ਵੀ ਇੱਥੇ ਚੂੜੀਆਂ ਨਹੀਂ ਪੈਣੀ ਬੈਠੇ ਸੀ। ਜੇ ਬਲਬੀਰ ਸਿੱਧੂ ਤੇ ਪੁਲਿਸ ਲੈ ਕੇ ਵੜ ਸਕਦਾ, ਪਿੰਡ ਵਾਲੇ ਵੀ ਲੈ ਕੇ ਡਾਂਗਾ ਖੜਦੇ ਸੀ। ਗੱਲ ਸਮਝੇ ਸੀ? ਨਹੀਂ ਇੱਥੇ ਤਾਂ ਅਸੀਂ ਕਾਂਗਰਸ ਨੂੰ ਮੂੰਹ ਹੀ ਨਹੀਂ ਲਾਉਂਦੇ, ਅਸੀਂ ਤਾਂ ਧੱਕੇ ਪੂਰਾ ਜ਼ੋਰ ਲਾਵਾਂਗੇ। ਅਸੀਂ ਵੋਟ ਨਹੀਂ ਸਪੋਰਟ ਕਰਾਂਗੇ ਦੂਜੀ ਪਾਰਟੀ ਨੂੰ। ਪੰਜਾਬ ਦੀ ਕਾਂਗਰਸ ਸਰਕਾਰ ਦੇ ਵੱਲੋਂ ਵੱਡੇ ਦਾਅਵੇ ਕੀਤੇ ਗਏ ਕਿ ਕਾਂਗਰਸ ਸਰਕਾਰ ਦੇ ਦੌਰਾਨ ਪੰਜਾਬ ਦਾ ਬਹੁਤ ਵਿਕਾਸ ਹੋਇਆ ਹੈ। ਇੱਕ ਵਾਰ ਤੁਹਾਨੂੰ ਤਸਵੀਰ ਦਿਖਾਉਂਦੇ ਹਾਂ। ਜਿਹੜੀ ਬਲੌਂਗੀ ਦੀ ਤਰੱਕੀ ਹੈ, ਜਿਹੜੇ ਰੋਡ ਤੇ ਤੁਸੀਂ ਖੜੇ ਹੋ ਨਾ ਵੀਰ ਜੀ ਇਸ ਟਾਈਮ, ਇਹਦਾ ਬਿਲਕੁਲ ਵੀ ਕੋਈ ਵਿਕਾਸ ਨਹੀਂ ਹੈ। ਮੇਨ ਐਂਟਰਸ ਹੈ। ਨਾਲੇ ਸ਼ਾਮ ਨੂੰ ਤਾਂ ਇੰਨੇ ਬੁਰੇ ਹਾਲਾਤ ਹੈ ਇੱਥੇ ਕਿ ਜਰਾ ਜਿਹਾ ਕੋਈ ਵਹੀਕਲ ਕਿਸੇ ਦਾ ਖੜਾ ਹੋ ਜਾਵੇ ਜਾਮ ਲੱਗ ਜਾਂਦਾ ਹੈ। ਬਹੁਤ ਕੁਛ ਆ, ਸੜਕਾਂ ਦੇਖ ਲਓ, ਅੰਦਰ ਗਲੀਆਂ ਦੇਖ ਲਓ, ਬੱਚੋ ਟੁੱਟੀਆਂ ਭੱਜੀਆਂ ਪਈਆਂ ਇੱਥੇ। ਨਾਲੇ ਆਬਾਦੀ ਤੁਸੀਂ ਦੇਖ ਲਓ, ਇੱਥੇ ਇੰਨੀ ਆਬਾਦੀ ਹੈ, ਰਹੇ ਰੱਬ ਦਾ ਨਾਮ, ਲੇਕਿਨ ਵਿਕਾਸ ਉਸ ਹਿਸਾਬ ਨਾਲ ਕੋਈ ਵੀ ਨਹੀਂ ਹੈ। ਇੱਥੇ ਦਾ ਦੇਖੋ ਜੀ, ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਵਿਕਾਸ ਹੁੰਦਾ, ਬਾਕੀ 5 ਸਾਲ ਕੋਈ ਨਹੀਂ ਪਹੁੰਚਦਾ। ਗੌਰਮੈਂਟ ਤਾਂ ਕਹਿੰਦੀ ਹੈ ਜੀ ਦੇਖੋ ਸਾਡਾ ਪੰਜਾਬ ਸਭ ਤੋਂ ਅੱਗੇ, ਪਰ ਇਸ ਤਰ੍ਹਾਂ ਦੀ ਗੱਲਬਾਤ ਦਿਖਦੀ ਨਹੀਂ ਹੈ। ਗੌਰਮੈਂਟ ਦੇ ਤਾਂ ਦਾਅਵੇ ਬੜੇ ਹੈ। ਸਰਕਾਰ ਕਹਿੰਦਾ ਵੀ ਵਿਕਾਸ ਹੋਵੇ ਨਾ, ਉੱਥੇ ਕੋਈ ਬੰਦਾ ਕੰਮ ਦਾ ਚੱਜਦਾ ਕੰਮ ਕਰਦਾ ਨਾ, ਕੋਈ ਮੂਹਰੇ ਆਉਂਦਾ, ਆਪੋ ਆਪਣਾ ਕੰਮ ਕਰਦੇ ਸਾਰੇ। ਇੱਕ ਵਾਰ ਤੁਹਾਨੂੰ ਤਸਵੀਰ ਦਿਖਾਉਂਦੇ ਹਾਂ ਦੁਸਹਿਰਾ ਗਰਾਊਂਡ ਦੀ। ਆਲੇ ਦੁਆਲੇ ਤੁਹਾਨੂੰ ਨਜ਼ਰ ਆਏਗਾ ਕਿ ਦੂਰ ਤੱਕ ਗੰਦਗੀ ਦੇ ਢੇਰ ਲੱਗੇ ਹੋਏ ਨੇ। ਇਹ ਸਰਕਾਰ ਦੇ ਵੱਲੋਂ ਜਿਹੜਾ ਵਿਕਾਸ ਕੀਤਾ ਗਿਆ ਉਸ ਦੀ ਬੋਲਦੀ ਹੋਈ ਤਸਵੀਰ ਤੁਹਾਡੇ ਸਾਹਮਣੇ ਹੈ। ਕੈਮਰੇ ਦੀ ਅੱਖ ਦੇ ਨਾਲ ਇਹ ਜਿਹੜੀ ਤਸਵੀਰ ਹੈ ਅਸੀਂ ਦਿਖਾ ਰਹੇ ਹਾਂ ਦਰਸ਼ਕਾਂ ਨੂੰ ਕਿ ਪੰਜਾਬ ਨੇ, ਸਰਕਾਰ ਨੇ ਜੋ ਵੱਡੇ ਦਾਅਵੇ ਕੀਤੇ ਕਿ ਵਿਕਾਸ ਬਹੁਤ ਹੋਇਆ ਹੈ ਜਾਂ ਪੰਜਾਬ ਨੂੰ ਅੱਗੇ ਲੈ ਕੇ ਗਈ ਹੈ ਸਰਕਾਰ, ਉਸ ਦੀ ਤਸਵੀਰ ਤੁਹਾਡੇ ਸਾਹਮਣੇ ਹੈ। ਨਾਲ ਇੱਥੋਂ ਦੇ ਜਿਹੜੇ ਵਸਨੀਕ ਨੇ ਬਲੌਂਗੀ ਦੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਇਸ ਪਾਸੇ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ। ਤੁਹਾਡਾ ਨਾਮ ਕੀ ਹੈ? ਕਿੰਨੇ ਸਮੇਂ ਤੋਂ ਤੁਸੀਂ ਬਲੌਂਗੀ 'ਚ ਰਹਿ ਰਹੇ? ਸਰ ਮੈਂ 1998 ਤੋਂ ਰਹਿ ਰਿਹਾ ਜੀ ਉਰੇ, ਤੇ ਆਜ਼ਾਦ ਨਗਰ ਮੇਰਾ ਆਪਣਾ ਮਕਾਨ ਹੈ ਜੀ। ਤੇ ਇਹੋ ਜਿਹੇ ਹਾਲਤ ਨੇ ਨਾ ਸਾਹਮਣੇ ਜੀ, ਬੰਦਾ ਰਹਿ ਨਹੀਂ ਸਕਦਾ ਜੀ। ਇੰਨੀ ਬਦਬੂ ਆਉਂਦੀ ਹੈ, ਹੁਣ ਵੀ ਚੱਲ ਜੂਗਾ, ਇੰਨੀ ਬਦਬੂ ਹੈ ਨਾ, ਤੇ ਜੀਣਾ ਦੁਸ਼ਵਾਰ ਜੀ ਸਾਡਾ ਜੀ। ਅੱਜ ਬੱਚੇ ਬਿਮਾਰ ਹੋ ਰਹੇ ਨੇ। ਇੱਕ ਟਾਈਫਾਈਡ ਆਇਆ ਹੋਇਆ ਬਿਮਾਰੀ, ਅੱਧੀ ਕਲੋਨੀ ਸਾਡੀ ਟਾਈਫਾਈਡ ਤੇ ਗ੍ਰਸਤ ਹੈ ਜੀ। देखिए यहाँ की जो रेशियो है वो 20 से 25% तो सिख कम्युनिटी के लोग रहते हैं, करीब 55 से 60% यूपी बिहार के लोग रहते हैं, 8 से 10% हरियाणा से भी लोग हैं, 5-7% हिमाचल से भी हैं, 3-4% उत्तरांचल से भी है। ਬਲੌਂਗੀ ਦੀ ਆਬਾਦੀ ਮੇਰੇ ਖਿਆਲ 70-80 ਹਜ਼ਾਰ ਦੇ ਉੱਪਰ ਆਬਾਦੀ ਹੈ ਜੀ, ਲੱਖ ਦੇ ਲਗਭਗ ਆਬਾਦੀ ਹੋਈ ਵੀ ਹੈ ਜੀ। ਤੇ ਇੱਥੇ ਕਮ ਸੇ ਕਮ ਵੀ 3500 ਘਰ ਬਲੌਂਗੀ ਕਲੋਨੀ ਦਾ ਹੈ ਜੀ। 300-400 ਜਾਂ 500 ਘਰ ਹੋਊਗਾ ਬਲੌਂਗੀ ਪਿੰਡ ਦਾ। 2 ਪੰਚਾਇਤਾਂ ਹੈ, ਬਲੌਂਗੀ ਪਿੰਡ ਦੀ ਅਲੱਗ ਪੰਚਾਇਤ ਹੈ ਜੀ, ਬਲੌਂਗੀ ਕਲੋਨੀ ਦੀ ਅਲੱਗ ਪੰਚਾਇਤ ਹੈ ਜੀ। ਤੇ ਸਾਡੇ ਤਾਂ ਇਹ ਮੰਗ ਹੈ ਵੀ ਕਾਲਜ ਖੁੱਲ੍ਹਣਾ ਚਾਹੀਦਾ, ਸਕੂਲ ਹੈ ਅਪਗ੍ਰੇਡ ਹੋਣਾ ਚਾਹੀਦਾ। ਤੇ ਜਦੋਂ ਤੇ ਸਰਕਾਰ ਬਣੀ ਨਾ ਤਾਂ ਸਕੂਲ ਦਾ ਕੋਈ ਅਪਗ੍ਰੇਡ ਕੀਤਾ ਜੀ। ਸਾਡੀ ਤਾਂ ਜੀ ਪਿੰਡ ਦੇ ਅੰਦਰ 1200 ਵੋਟ ਹੈ ਜੀ, ਕਲੋਨੀ ਦੀ 13,000 ਵੋਟ ਹੈ ਜੀ। ਪ੍ਰਵਾਸੀ ਬਹੁਤ ਬੰਦੇ ਬਾਹਰ ਤੋਂ ਜ਼ਿਆਦਾ ਆਏ ਵੀ ਜੀ, ਵੋਟ ਬਹੁਤ ਵੱਧ ਹੈ ਜੀ। ਪਰ ਇਹਦਾ ਜਿਹੜਾ ਪਿੰਡ ਦਾ ਸੀਵਰ ਸਿਸਟਮ ਔਰ ਪਾਣੀ ਸਿਸਟਮ ਹੈ ਜੀ, ਉਹ ਇਕੱਠਾ ਹੀ ਹੈ ਜੀ। ਕਿਉਂ ਪਿੰਡ ਦੀ ਸਾਡੇ ਕੋਲ, ਕਲੋਨੀ ਦੇ ਕੋਲ ਕੋਈ ਪ੍ਰੋਪਰਟੀ ਨਹੀਂ ਹੈਗੀ ਜੀ। ਗ੍ਰਾਮ ਪੰਚਾਇਤ ਸਾਡਾ ਪਿੰਡ ਪੁਰਾਣਾ ਹੈ, ਸਾਡੇ ਕੋਲ ਪ੍ਰੋਪਰਟੀ ਜਿੰਨੇ ਪਾਣੀ ਦੇ ਟਿਊਬਲ 7 ਲੱਗੇ ਹੋਏ ਆ ਜੀ। 2 ਸਾਡੇ ਟਿਊਬਲ ਅਸੀਂ ਮਤਲਬ ਮੈਂ ਪਿਛਲੇ ਸਾਲ ਹੀ ਸਾਂਭਿਆ ਸੀਗਾ ਪਾਣੀ ਦਾ।
ਤੇ ਉਸ ਟਾਈਮ ਸਾਨੂੰ ਪਾਣੀ ਦੀ ਬੜੀ ਦਿੱਕਤ ਆਉਂਦੀ ਸੀਗੀ ਤੇ ਅਸੀਂ ਆਪਣੇ ਮਾਨਯੋਗ ਸਾਡੇ ਮੰਤਰੀ ਸਾਹਿਬ ਹੈ ਜੀ ਬਲਵੀਰ ਸਿੱਧੂ, ਉਹਨੂੰ ਰਿਕੁਐਸਟ ਕਰੀ ਵੀ ਮੇਰੇ ਕੋਲ ਪਾਣੀ ਹੈਗਾ, ਸਾਨੂੰ ਬੜਾ ਔਖਾ ਜੀ, ਤੇ ਤੁਰੰਤ ਸਾਨੂੰ 2 ਟਿਊਬਵੈੱਲ ਲਾ ਕੇ ਦਿੱਤੇ ਜਾਣੇ ਕਿ 1000 ਫੁੱਟ ਵਾਲੇ ਜੀ। ਉਹਦੇ ਨਾਲ बहुत सारी समस्या पानी की तो हल हो गई जी। मूलभूत जो सुविधाएं हैं, बेसिक नीड्स जो जनता को चाहिए होती है, स्वास्थ्य, लाइन आर्डर, पब्लिक रिलेटेड जो भी सुविधा है, सुविधा नाम कोई चीज नहीं है। कहने के लिए तो बिलोंगी जो गांव है एक बहुत बड़ा कस्बा है, शहर ही हो चुका है। ये चंडीगढ़ से निकलने के बाद पंजाब का प्रवेश द्वार है। लेकिन 4.5 साल में जो ये सरकार रही कांग्रेस की, इसने कुछ नहीं किया। और तो और जो हमारे पास भी चीज़ थी, जो पंचायत की भी चीज़ थी, वो भी सरपंच को डरा धमका के उस पर भी कब्जा कर लिया गया। और उस कब्जे के खिलाफ जो हमारे समाज सेवी गए, उनके ऊपर गलत FIR दर्ज करवा दी गई। FIR तो एक बार हमारे ऊपर भी दर्ज हुई है, इनके लाल पिताशाही का, जिसका मैं भुक्तभोगी हूँ। ਮੰਤਰੀ ਨੇ ਤਾਂ ਸਰ ਬਲੌਂਗੀ ਆ ਕੇ ਦੇਖਿਆ ਹੀ ਨਹੀਂ ਵਾਪਸ, ਨਾ ਕਰੋਨਾ ਕਾਲ 'ਚ, ਨਾ ਕਿਸੇ ਸਕੂਲ ਵਾਸਤੇ ਜੀ ਕੋਈ ਪੈਸਾ ਦਿੱਤਾ, ਨਾ ਹਸਪੀਟਲ ਵਾਸਤੇ ਕੋਈ ਪੈਸਾ ਦਿੱਤਾ। ਜਾਂ ਸਰਕਾਰ ਵੱਲੋਂ ਤਾਂ ਬਲੌਂਗੀ ਜ਼ੀਰੋ ਹੈ। ਜਦੋਂ ਸਰਕਾਰ ਬਦਲ ਗਈ ਪ੍ਰਕਾਸ਼ ਸਿੰਘ ਬਾਦਲ ਦੀ, ਕਾਂਗਰਸ ਸਰਕਾਰ ਆ ਗਈ, ਇਹਨਾਂ ਸਵਾਏ ਲਾਰਿਆਂ ਤੋਂ ਸਾਨੂੰ ਕੁਝ ਨਹੀਂ ਦਿੱਤਾ। ਜਿਹੜਾ ਪੈਸਾ ਸਾਨੂੰ ਸੈਂਟਰ ਤੋਂ ਆਉਂਦਾ ਹੈ, ਉਹ ਲਾਣ ਦੀ ਪਰਮਿਸ਼ਨ ਵੀ 1.5 ਸਾਲ ਪੈਸਾ ਬੈਂਕ 'ਚ ਪਿਆ ਰਿਹਾ ਇਸ ਤਰ੍ਹਾਂ ਹੀ। ਬਸ ਮੰਤਰੀ ਸੀਗਾ ਬਲਵੀਰ ਸਿੰਘ ਸਿੱਧੂ ਤੇ ਪੰਚਾਇਤ ਸੀਗੀ ਅਕਾਲੀਆਂ ਦੀ, ਇਸ ਕਰਕੇ ਪਹਿਲਾਂ ਇਹਨੂੰ ਪੈਸੇ ਲਾਣੇ ਨਹੀਂ ਦਿੱਤੇ। ਫਿਰ ਜਦੋਂ ਸਰਪੰਚ ਨੇ ਸਰੋਪਾ ਪਾ ਲਿਆ ਇਹਨਾਂ ਕੋਲੋਂ, ਤੇ ਫਿਰ ਉਹਨੂੰ ਕਹਿੰਦੇ ਲਾ ਪੈਸੇ ਹੁਣ ਤੂੰ। ਤਾਂ ਹੁਣ 1.5-2 ਮਹੀਨੇ ਤੋਂ ਜਿਹੜਾ ਸੈਂਟਰ ਵੱਲੋਂ ਪੈਸਾ ਆਇਆ ਵਿੱਤ ਕਮਿਸ਼ਨਰ ਦਾ, 14ਵੇਂ ਵਿੱਤ ਕਮਿਸ਼ਨਰ ਦਾ, ਉਹ ਪੈਸਾ ਲੱਗ ਰਿਹਾ ਹੁਣ ਬਲੌਂਗੀ ਦੇ ਵਿੱਚ। ਜ਼ਿਆਦਾਤਰ ਮੇਰੇ ਹਿਸਾਬ ਨਾਲ ਉਹ ਪੈਸਾ ਕਮ ਸੇ ਕਮ ਵੀ 3.25 ਕਰੋੜ रुपया सेंटर तो आया। मेरी मिसेज यहाँ वार्ड नंबर 5 से पंच है, शकुंतला सिंह। तो यहाँ विकास तो कुछ हुआ नहीं, लेकिन जो भी हमारे पास था उसकी भी लूट खसोट हुई। जिनके पास ये है संसाधन, उनको डरा के, उनको धमका के। जैसे आज के 15 साल पहले यहाँ के लोगों ने एक पिटीशन पाई थी कि संसाधनों पे बंटवारा होना चाहिए। माननीय जस्टिस सूर्यकांत की खंडपीठ ने जजमेंट भी दे दिया था कि 77 और 23 यानी 77 बिलोंगी कॉलोनी, 23 बिलोंगी पिंड के हिसाब से संसाधनों का बंटवारा कर दिया जाए। बंटवारा करने के आर्डर को डीसी को बोल के दबा के रखा गया, बंटवारा करने नहीं देना है जब तक हमारे स्वार्थ सिद्ध नहीं हो जाते हैं। तो बंटवारा तो क्या होना, सरपंच को डरा धमका के। वो देखिए, मैं आपके कैमरामैन साहब से कहना चाहूँगा कि उधर दिखाएं, वो 10 किले दाब ली गई। ठीक है, 10 किले आपने पंचायत की जगह तो ले ली सरपंच को डरा के। उतने मूल्य का कुछ तो दो विकास के लिए। यहाँ कोई हॉस्पिटल, सड़कें, 1 रुपये का विकास नहीं हुआ इस सरकार में। पंचायतों को जो पैसे आते हैं वित्त आयोग के थ्रू, उन्हीं पैसों से यहाँ का जो भी थोड़ा बहुत विकास हुआ वो हुआ। अदरवाइज तो बस सब अब जो है आपके सामने। देखो ये मेन द्वार है पंजाब, चंडीगढ़ तो पंजाब का मेन द्वार है। ये तो बहुत सुंदर गाँव, सुंदर होना चाहिए सीगा, लेकिन इत्थे तो कोई बंदा खड़न नूं जी नहीं करदा। इत्थे गंदगी के ढेरां दे ढेर लगे हुए आ, कोई डंपिंग ग्राउंड नहीं है इत्थे। जेकर इत्थे मोहाली वाले डंपिंग ग्राउंड च साईं उत्थे सुट्टदे आ जाके, तो उत्थों रोक दित्ता जांदा भी इत्थे नहीं आना। ਜਿਹੜੀ ਗੱਡੀ ਵੀ ਸਫਾਈ ਕਰਨ ਸਵੇਰੇ ਆਉਂਦੀ ਨਾ ਰੋਡਾਂ ਦੀ, ਉਹ ਵੀ ਬਲੌਂਗੀ ਨਹੀਂ ਵਾੜਦੇ, ਪੁਲ ਦੇ ਪਿੱਛੇ ਹੀ ਮੋੜ ਲੈ ਜਾਂਦੇ ਆ। ਇਹ ਨਹੀਂ ਸਮਝਦੇ ਵੀ ਪੁਲ ਦੇ ਗਾਹਾਂ ਟਪਾ ਲਈ ਆਪਾਂ। ਕਈ ਵਾਰ ਕਹਿਣ ਦੇ ਬਾਵਜੂਦ ਵੀ ਜਿਹੜੀ ਸਫਾਈ ਵਾਲੀ ਗੱਡੀ ਹੈ ਨਾ ਸਵੇਰੇ ਘੁੰਮਦੀ ਮੋਹਾਲੀ ਸ਼ਹਿਰ 'ਚ, ਉਹ ਬਲੌਂਗੀ ਪੁਲ ਦੇ ਉੱਤੇ ਨਹੀਂ ਚੜਾਉਂਦੇ ਜਿਹਨੂੰ। ਬਲੌਂਗੀ ਜਦੋਂ ਤੁਹਾਡਾ ਬਲੌਂਗੀ ਪੁਲ ਆ ਗਿਆ, ਬਲੌਂਗੀ ਦਾ ਨਾਂ ਬਲੌਂਗੀ ਦਾ ਪੈਂਦਾ, ਬਸ ਗੰਦਗੀ ਢੇਰ ਨਾਲ ਦੀ ਨਾਲ ਸ਼ੁਰੂ ਹੋ ਜਾਂਦੇ ਜੀ। ਫਿਲਹਾਲ ਕੋਈ ਕੰਮ ਨਹੀਂ ਹੋ ਰਿਹਾ ਜੀ। ਮੇਨ ਤੌਰ ਤੇ ਇਹ ਹੈ ਕਿ ਦੇਖੋ ਇੱਥੇ ਆਸ-ਪਾਸ ਕਿੰਨੀ ਗੰਦਗੀ ਹੈਗੀ ਹੈ। ਉਹਦੇ ਮੰਦਿਰ, ਸਾਡੇ ਆਜ਼ਾਦ ਨਗਰ ਮੰਦਿਰ ਹੈ, ਮੰਦਿਰ ਦੇ ਨਾਲ ਚੱਲ ਕਰਕੇ ਦੇਖੋ ਕਿ ਕਿੰਨੀ ਗੰਦਗੀ ਹੈ, ਪੂਰੇ ਕੂੜੇ ਦਾ ਢੇਰ ਲੱਗਿਆ ਹੋਇਆ, ਕੋਈ ਚੱਕਣ ਨਹੀਂ ਆਉਂਦਾ। ਇੱਥੇ ਤਾਂ ਡੰਪਿੰਗ ਗਰਾਊਂਡ ਬਣਾ ਕੇ ਰੱਖ ਦਿੱਤਾ ਹੈਗਾ। ਗੰਦਗੀ ਚੱਕੀ ਜਾਏ ਜੀ, ਲੋਕ ਬਹੁਤ ਬਿਮਾਰ ਨੇ ਇਸ ਟਾਈਮ ਡੇਂਗੂ ਤੋਂ। ਥੋੜਾ ਜਿਹਾ ਪਾਣੀ ਦਾ ਸੁਧਾਰ ਕੀਤਾ ਜਾਏ, ਸਫਾਈ ਦਾ ਧਿਆਨ ਕੀਤਾ ਜਾਏ इस टाइम। लोगों की मांग तो क्या है, लोग क्या सरकार से चाहते हैं, स्वास्थ्य हो, सड़कें हो, पीने का स्वच्छ पानी हो। डेंगू कोई बीमारी, कोई आपदा आती है
तो सरकार का सिस्टम यहाँ पे आए देखे, ऐसा तो कुछ है नहीं सरकार की तरफ से। ਜਿਹੜੇ ਮੇਨ ਮੁੱਦੇ ਨੇ ਇੱਥੇ ਦੇ ਬਲੌਂਗੀ ਦੇ, ਜਿਹੜੇ ਲੋਕਾਂ ਦੀ ਭਲਾਈ ਵਾਸਤੇ ਇਹ ਸਕੀਮ ਹੈ ਉਹ ਤਾਂ ਦੂਰ ਹੀ ਰਹਿ ਜਾਂਦੀ ਹੈ, ਉਹ ਤਾਂ ਲੋਕਾਂ ਕੋਲ ਪਹੁੰਚਦੀ ਨਹੀਂ ਹੈਗੀ ਹੈ। ਪਰ ਇੱਥੇ ਇੱਕ ਹਸਪੀਟਲ ਹੋਣਾ ਚਾਹੀਦਾ, ਇੱਥੇ ਘੱਟੋ ਘੱਟ 1.5 ਲੱਖ ਡਿਸਪੈਂਸਰੀ ਹੈ, ਕੋਈ ਵੀ ਸਰਕਾਰ ਆਵੇ ਡਿਸਪੈਂਸਰੀ ਬਣਾਵੇ। ਇੱਥੇ ਲੋਕੀ 6 ਫੇਜ਼ ਜਾਂਦੇ, 6 ਫੇਜ਼ ਬਹੁਤ ਰਸ ਹੁੰਦਾ ਹੈਗਾ, ਤੇ ਪ੍ਰੋਪਰ ਇੱਕ ਇੱਥੇ ਡਿਸਪੈਂਸਰੀ ਜ਼ਰੂਰ ਇਸ ਪਿੰਡ ਨੂੰ ਚਾਹੀਦਾ ਹੈ। ਸਾਹਮਣਾ ਜਗ੍ਹਾ ਪਈ ਹੈ, ਇੱਥੇ ਕੋਈ ਡਿਸਪੈਂਸਰੀ ਮਿਲ ਜਾਵੇ ਸਾਨੂੰ। कोरोना काल से सरकार की तो कोई सहायता यहाँ मिली नहीं, और तो और हमारे सीएम साहब भी दिखे नहीं। वो सिसवा फार्म हाउस में आराम से मजे ले रहे थे, जिसका सज़ा उनको भुगतनी पड़ी लास्ट पीरियड में, बुढ़ापे में कुर्सी से उतर के। पूरी पंजाब की जनता ने देखा। चन्नी साहब आ गए तो क्या कर सकते हैं, वो तो एक वोटों की राजनीति है। 32-33% SC के यहाँ वोटे हैं। पार्टियां अनाउंस कर रही थी कोई कि हम सीएम बनाएंगे SC से, हम कोई डिप्टी सीएम बनाएंगे। इस नाते एक चन्नी साहब को लगा दिया गया कि हम इनके साथ हैं। यही तो वोट बैंक की राजनीति खा गई हमारे देश को, कि जब असल मुद्दे पे कोई टिक करता है ना, तो उसका दिमाग कहीं और ले जाके डाइवर्ट कर दिया जाता है। यही प्रॉब्लम है। ਮੈਂ ਤਾਂ ਕਹਿੰਦਾ ਜਿੱਦਾਂ ਬਲੌਂਗੀ ਨਾਲ ਜ਼ਮੀਨ ਹੀ ਨਹੀਂ ਹੜੱਪ ਲਈ 10 ਕਿੱਲੇ ਬਲਵੀਰ ਸਿੰਘ ਸਿੱਧੂ ਨੇ, ਇਹਦਾ 2222 ਨੰਬਰ ਦਾ ਐਡਰੈਸ ਹੈ ਜਿਹੜਾ ਇਹਨੇ ਬਣਾਈ ਹੈ ਸੰਸਥਾ। ਜਿੰਨੇ ਵੀ ਕੋਈ ਵੀ ਕੰਮਕਾਜ ਆ, ਜਿੱਦਾਂ ਕੋਈ ਵੀ ਜਿਹੜੀ ਸੰਸਥਾ ਦੇ ਮੈਂਬਰ ਹੈ ਉਹ ਸਾਰੇ ਮੋਹਾਲੀ ਇੰਡਸਟਰੀਲਿਸਟ ਹੈ, ਠੀਕ ਹੈ ਜੀ। 10 ਕਿੱਲੇ ਜ਼ਮੀਨ 100 ਕਰੋੜ ਦੀ ਜ਼ਮੀਨ ਹੈ, ਇਹਨਾਂ ਨੇ 2.5 ਲੱਖ ਰੁਪਏ ਪਰ ਸਾਲ ਦੇ ਹਿਸਾਬ ਨਾਲ ਲੈ ਲਈ 33 ਸਾਲ ਲੀਜ਼ ਤੇ। ਹੁਣ ਕਦੇ ਕਹਿੰਦੇ ਅਸੀਂ ਤਾਂ ਪ੍ਰੈਸ ਕਲੱਬ ਖੋਲਾਂਗੇ, ਕਦੇ ਕਹਿੰਦੇ ਅਸੀਂ ਮੰਦਿਰ ਬਣਾਵਾਂਗੇ, ਕਦੇ ਕਹਿੰਦੇ ਅਸੀਂ ਕਮਿਊਨਿਟੀ ਸੈਂਟਰ ਬਣਾਵਾਂਗੇ ਇੱਥੇ, ਲੇਕਿਨ ਪਰਪਸ ਇਹਨਾਂ ਦਾ ਹੋਰ ਹੈ। ਇਹਨਾਂ ਨੇ ਜ਼ਮੀਨ ਉਹ ਵਾਪਸ ਦੇਣੀ ਨਹੀਂ ਬਲੌਂਗੀ ਨੂੰ। ਜਿਹੜੀ ਆ ਜ਼ਮੀਨ ਦੱਬੀ ਹੈ ਇਹਨਾਂ ਨੇ ਧੱਕੇ ਨਾਲ, ਅਸੀਂ ਕਾਂਗਰਸੀ ਹਾਂ, ਸਾਨੂੰ ਇਹ ਦੁੱਖ ਹੁੰਦਾ ਵੀ ਇਹਨਾਂ ਨੇ ਇਹ ਘਟੀਆ ਜਿਹੜੀ ਲੋਕਾਂ ਦੇ ਨਾਲ ਇੱਕ ਮਜ਼ਾਕ ਕਰਿਆ ਆਪਣੀ ਧੱਕੇ ਸ਼ਾਹੀ ਦੇ ਨਾਲ। ਵੀ ਜਿਹੜੇ ਇੱਥੇ ਲੋਕ ਹੈ ਪਾਗਲ, ਇਹਨਾਂ ਨੂੰ ਕਮਿਊਨਿਟੀ ਸੈਂਟਰ ਚਾਹੀਦਾ, ਵਿਆਹ ਸ਼ਾਦੀ ਲਈ ਕੋਈ ਜਗ੍ਹਾ ਚਾਹੀਦੀ ਹੈ, ਕੋਈ ਮਤਲਬ ਕਿ ਬੱਚੇ ਦੀ ਪੜ੍ਹਾਈ ਲਈ ਚਾਹੀਦੀ ਹੈ। ਕਿੰਨੀ ਆਬਾਦੀ ਹੈ, ਪਬਲਿਕ ਬਾਰੇ ਕੋਈ ਨਹੀਂ ਸੋਚਿਆ। ਅੱਛਾ, ਇੱਕ ਹੋਰ ਗੱਲ ਹੈ ਵੀ ਜਦੋਂ MLA ਬਣਨ ਤੋਂ ਪਹਿਲਾਂ ਬਲਬੀਰ ਸਿੱਧੂ ਕਹਿੰਦਾ ਸੀ ਮੈਂ ਕਮੇਟੀ ਵਿੱਚ ਲੈ ਕੇ ਆਉਂਗਾ, ਕਮੇਟੀ ਵਿੱਚ ਲੈ ਕੇ ਆਉਂਗਾ, ਅੱਜ ਆਉਂਦਾ ਕਮੇਟੀ ਵਿੱਚ ਲੋਕਾਂ ਨੂੰ ਲਾਰੇ ਆਹੀ ਲਾ ਰਿਹਾ। ਅਸੀਂ ਕਾਂਗਰਸੀ ਹਾਂ, ਕੱਟੜ ਖਾਨਦਾਨੀ ਹਾਂ। ਸਾਨੂੰ ਇਸ MLA ਦਾ ਇੰਨਾ ਦੁੱਖ ਹੁੰਦਾ ਵੀ ਇਹ ਜੇ ਘਟੀਆ ਹਰਕਤ ਕਰੀਏ ਤਾਂ ਹੀ ਦਾਗੀ ਕੱਢ ਕੇ 5 ਮੰਤਰੀਆਂ ਬਾਹਰ ਕੱਢਿਆ, ਇਹਨਾਂ ਨੂੰ ਦਾਗੀਆਂ ਕਰਕੇ ਬਾਹਰ ਕੱਢਿਆ। ਆਹ ਜਿਹੜਾ ਸ਼ਾਮਲਾ ਕਬਜ਼ਾ ਕੀਤਾ, ਇਹ ਕਸੂਰ ਆ, ਤਾਂ ਹੀ ਉਹਦੇ ਤੇ ਦਾਗ ਲੱਗਿਆ। ਸਪੈਸ਼ਲ ਲਿਖਿਆ ਹੋਇਆ, ਤੁਸੀਂ ਪੜ੍ਹਿਆ ਹੋਣਾ, ਮੀਡੀਆ ਨੇ ਦੇਖਿਆ ਵੀ ਦਾਗੀ ਮੰਤਰੀ ਹੈ। ਦਾਗ ਆ ਹਵਾ ਬਲੌਂਗੀ ਦਾ ਸਭ ਤੋਂ ਵੱਡਾ। ਉਹ ਜ਼ਮੀਨ ਨਾ ਜੀ 2016 ਦੇ ਵਿੱਚ ਨਗਰ ਨਿਗਮ ਨੇ ਕਬਜ਼ਾ ਕਰ ਲਿਆ ਸੀਗਾ, ਤੇ ਉਸ ਟਾਈਮ ਮੇਰੀ ਵਾਈਫ ਸਰਪੰਚ ਸੀਗੇ। ਅਸੀਂ ਕੇਸ ਕਰਕੇ ਜਗ੍ਹਾ ਵਾਪਸ ਕਰਾਈ ਗ੍ਰਾਮ ਪੰਚਾਇਤ ਬਲੌਂਗੀ ਨੂੰ। तो उदों बाद वो जगह असी मतलब अगे किराए ते भी दित्ती बंदे नूं वरतने वास्ते। साहब ने पूछा भी खाली जगह भी थोड़े ते कब्जा हो जाना, तुसीं वरतदे क्यों नहीं है जी। असी वर्गे किराए ते दित्ती सीगी जगह जी। उदों बाद हुण जिहड़ी जी गऊशाला है जी, ये असी जगह ग्राम पंचायत पिंड मालक है जी, बलवीर सिद्धू नहीं मालक हैगे जी। उन्होंने तो एक संस्था बनी हुई है जी, उन्होंने अपना बना के गऊशाला का अगे गोपाल गऊशाला बसेरा बनाया हुआ जी। असी उन तो किराया लेंदे जी, उस बकायदा शर्तां लिखियां हुई भी अगर गऊआं तो इलावा ये कुछ भी होर करदे तां असीं छुड़ा सकते हैं, नोटिस दे के 6 महीने छुड़वा सकते हैं जी। तो साडा हक है, अज साडे पंचायत नौ फर्द बोलती है, लीज 33 साल की है, पर यह जरूरी नहीं है कि आप 33 साल जब भी सानू देखा भी वो साडे शर्तों तो बाहर जा रहे हैं या साड़ी जगह तो कुछ होर चीज़ उसार रहे हैं, तो असीं कभी भी वो तो गौरमेंट के नोटिफिकेशन के मुताबिक होया वा जी। साडा 25,000 रुपये एकड़ का किराया जी, किले का साल का 10% वाधा है जी। ना मतलब नोटिफिकेशन होया जी, बकायदा पेपर है जी, मता पिया जी। इदा कब्जा किद्दां हो जाऊगा जी, असीं जमीनां ते कब्जे नहीं होने लगे जी, इन्नी महंगी जमीन है जी। कोर्ट कचहरी कुछ ही नहीं हैगी, जे कब्जा होगा तो मैं भी हैगी फिर ऐ नहीं। ये तो देखो विरोधी ने रौला पाउणा ही पाउणा यार। नगर निगम ने जगह दब्बी सीगी, ज़्यादा नहीं कोई बोलिया जी। हुण पोलीटिकल मुद्दा बना लिया, असीं कहा भी जगह दब्बी ना जावे, ये की वरतों जा जाए, टोए खड्डे बुरा हाल सीगा। इधर सारियां झुग्गियां बन गई जी। मैं मानता बलबीर सिद्धू कहते जगह दब ली, झुग्गियां बारे कोई बोलता जाके भी झुग्गियां खाली होनी चाहिए, झुग्गियां खाली करो जी। वो 14 एकड़ जगह साड़ी दब ली अगे तो अगे, कोई नहीं बोलता जी। ਵਲੌਂਗੀ ਵਾਲਾ ਦਾ ਕੇਸ ਸੀਗਾ ਜੀ 2014 ਵਿੱਚ, ਸਾਡੀ 13 ਚ ਪੰਚਾਇਤ ਬਣੀ ਹੈ। ਅਸੀਂ ਪਟਿਆਲੇ ਡਿਪਟੀ ਡਾਇਰੈਕਟਰ ਕੋਲੋਂ ਕੇਸ ਜਿੱਤੇ ਸੀਗੇ ਇਹਦਾ।
ਵੀ 77% ਜ਼ਮੀਨ ਮਿਲਦੀ ਸੀ ਬਲੌਂਗੀ ਕਲੋਨੀ ਨੂੰ, 23% ਜ਼ਮੀਨ ਸੀ ਬਲੌਂਗੀ ਪਿੰਡ ਨੂੰ। ਬਲੌਂਗੀ ਪਿੰਡ ਉਹਦਾ ਖਿਲਾਫ ਹਾਈ ਕੋਰਟ ਚਲ ਗਿਆ ਜੀ। ਹਾਈ ਕੋਰਟ 2014 ਸਟੇ ਲੈ ਲਈ ਜੀ। ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਘੁੰਮ ਘੁਮਾ ਕੇ ਜੀ ਆ ਗਈਆਂ ਉਹ ਡੀਸੀ ਕੋਲ, ਵੀ ਇਹ ਜ਼ਮੀਨ ਨੂੰ ਬਿਠਾਲ ਕੇ ਇਹ ਚੀਜ਼ ਵੰਡ ਕੀਤੀ ਜਾਵੇ। ਜਦੋਂ ਸਰਕਾਰ ਇਹਦੀ ਬਣ ਗਈ ਤੇ ਬਣਦੇ ਨਾਲ ਉਹ ਡੀਸੀ ਦੇ ਕੋਲੋਂ ਰੁਕਵਾਤਾ ਜੀ। ਉਹ ਸਟੇ ਵੀ ਕਾਇਮ ਕਰਦਾ ਜੀ 2014 ਵਾਲਾ, ਤੇ ਮੁੜ ਕੇ ਪੰਚਾਇਤ ਨੂੰ ਡਰਾ ਕੇ ਰੈਜੀਨਲ ਪਵਾ ਲਿਆ 10 ਕਿੱਲੇ 4 ਕਨੈਲ 1 ਮਰਲੇ ਦਾ ਰੈਜੀਨਲ ਪਵਾ ਕੇ ਉਹ ਸੰਸਥਾ ਦਾ ਨਾਂ ਕਰਾ ਲਈ ਜ਼ਮੀਨ। ਅਸੀਂ ਉਹਦੇ ਖਿਲਾਫ, ਮੈਂ ਤੇ ਜਰਨੈਲ ਸਿੰਘ, ਇੱਕ ਮੁੰਡਾ ਦਲਜੀਤ ਸਿੰਘ ਪੂਨੀਆ ਹੈ, ਅਸੀਂ ਹਾਈ ਕੋਰਟ ਦੁਆਰਾ ਦਰਵਾਜ਼ਾ ਖੜਕਾਇਆ ਜਾ ਕੇ। ਹਾਈ ਕੋਰਟ ਨੇ ਇਸ ਸੰਸਥਾ ਨੂੰ, ਪੂਰੀ ਪੰਚਾਇਤ ਨੂੰ, ਬਲੌਂਗੀ ਕਲੋਨੀ ਦੀ ਪੰਚਾਇਤ ਨੂੰ, ਡੀਸੀ ਨੂੰ, BDPO ਨੂੰ, DDPO ਨੂੰ, ਇਹ ਸਾਰਿਆਂ ਨੂੰ ਨੋਟਿਸ ਕੱਢਦਾ 25 ਨਵੰਬਰ ਦਾ। 25 ਨਵੰਬਰ ਨੂੰ ਹੁਣ ਕੋਰਟ 'ਚ ਤਰੀਕ ਹੈ ਜਿਹਦੀ, ਇਹ ਜਵਾਬ ਦੇਣਗੇ ਜੀ ਇਹਦਾ। ਤੇ ਵੀ ਤੁਸੀਂ ਜ਼ਮੀਨ ਇਹ ਲਈ ਹੈ ਸਟੇਟਸ ਕੋ ਹੋਏ ਦੇ ਵਿੱਚ ਕਿਸ ਤਰ੍ਹਾਂ ਦੁਬਾਰਾ ਰੈਜੀਨਲ ਪਵਾ ਲਿਆ ਪੰਚਾਇਤ ਤੋਂ। ਜਦੋਂ ਪੰਚਾਇਤ, ਇਹੀ ਪੰਚਾਇਤ ਜਿਹੜਾ ਹੁਣ ਸਰਪੰਚ ਹੈ ਨਾ ਜੀ ਬਹਾਦਰ ਸਿੰਘ, ਇਹ ਜਿਹਦੀ ਘਰ ਵਾਲੀ ਸਰਪੰਚ ਸੀਗੀ, ਇਹਦੀ ਘਰ ਵਾਲੀ ਦੇ ਤੌਰ ਤੇ ਇਹਨਾਂ ਉਸ ਘਰ ਵਾਲੀ ਦੇ ਵੱਲੋਂ ਨਾ ਸਟੇ ਲਿਆ ਸੀਗਾ। ਉਹ ਸਟੇ ਹੁਣ ਵੀ ਸਟੈਂਡ ਕਰਦਾ, ਲੇਕਿਨ ਇਹਨਾਂ ਸਟੇ ਖਤਮ ਕਰਾਉਣ ਦੀ ਬਜਾਏ ਉਲਟਾ ਜ਼ਮੀਨ ਦੁਬਾਰਾ ਫੇਰ ਲਈ, ਸਟੇ ਹੋਏ ਵੇ ਦੇ ਵਿੱਚ ਜ਼ਮੀਨ ਲੈ ਗਿਆ 10 ਕਿੱਲੇ। ਸਾਡੀ ਇਹ ਸਰਕਾਰ ਤੋਂ ਵੀ ਕਿਹਾ, ਪ੍ਰਸ਼ਾਸਨ ਤੋਂ ਮੰਗ ਹੈ, ਹਾਈ ਕੋਰਟ ਤੋਂ ਇਹ ਮੰਗ ਹੈ ਵੀ ਜਲਦੀ ਤੋਂ ਜਲਦੀ ਇਹਨਾਂ ਜ਼ਮੀਨ ਦਾ ਡੀਡ ਕੈਂਸਲ ਕਰਕੇ ਇਹ ਬਲੌਂਗੀ ਕਲੋਨੀ ਨੂੰ ਮੁੜ ਕੇ ਜ਼ਮੀਨ ਆਣੀ ਚਾਹੀਦੀ ਹੈ। ਇਹ ਗ੍ਰਾਮ ਸਭਾ, ਜਦੋਂ ਕੋਈ ਗ੍ਰਾਮ ਪੰਚਾਇਤ ਬਣਦੀ ਨਾ ਤਾਂ ਗ੍ਰਾਮ ਸਭਾ ਏਰੀਆ ਬਣਦਾ ਜੀ, ਤੇ ਕਲੋਨੀ ਦਾ ਗ੍ਰਾਮ ਸਭਾ ਏਰੀਆ ਨਹੀਂ ਬਣਿਆ ਜੀ, ਹੈ ਗ੍ਰਾਮ ਪੰਚਾਇਤ ਦਾ ਨੋਟੀਫਿਕੇਸ਼ਨ ਹੋ ਗਿਆ ਜੀ। ਤੇ ਇਹਨਾਂ ਨੇ ਕਿਹਾ ਵੀ ਸਾਨੂੰ ਆਪਣੀ ਪ੍ਰਾਪਰਟੀ 'ਚੋਂ ਹਿੱਸਾ ਦਿਆ ਜਾਵੇ ਜਿਹੜੀ ਸਾਡੀ ਵੱਧ ਹੈ ਜੀ। ਤੇ ਉਹ ਡਿਪਟੀ ਡਾਇਰੈਕਟਰ ਪਟਿਆਲੇ ਨੇ ਆਰਡਰ ਕਰਤੇ, ਉਹ ਹਾਈ ਕੋਰਟ ਚੈਲੰਜ ਹੋ ਕੇ ਆਰਡਰ ਰੁਕ ਗਏ, ਕਿਉਂਕਿ ਜਦ ਤੱਕ ਗ੍ਰਾਮ ਸਭਾ ਏਰੀਆ ਨਹੀਂ ਬਣਦਾ ਜਦ ਤੱਕ ਅਸੀਂ ਦੇ ਨਹੀਂ ਸਕਦੇ। ਜਿਹੜੇ ਮਤਲਬ ਬਾਹਰ ਤੋਂ ਦਿਹਾੜੀ ਤੱਪੇ ਵਾਲੇ ਲੋਕ ਕਲੋਨੀਆਂ 'ਚ ਉੱਠ ਕੇ ਆਏ ਨੇ, ਜਦੋਂ ਕੋਈ ਕਲੋਨੀ ਟੁੱਟ ਗਈ ਜੀ, ਉੱਥੋਂ ਤੋਂ ਬੰਦੇ, ਨਹਿਰੂ ਕਲੋਨੀ ਟੁੱਟੀ ਹੈ ਚੰਡੀਗੜ੍ਹ ਦੀ, ਇਹ ਕੋਈ ਬੰਗਾਲਾ ਕਲੋਨੀ ਟੁੱਟ ਗਈ ਜੀ, ਆ ਕੁਛ ਇੱਧਰ ਧਨਾਸ ਤੋਂ ਕੁਛ ਬੰਦੇ ਆਏ ਆ ਜੀ। ਇਹ ਛੋਟੇ ਮੋਟੇ ਬੰਦੇ ਆ ਕੇ ਜਿਹੜੇ ਛੋਟੇ ਮੋਟੇ ਸਵੈ ਰੋਜ਼ਗਾਰ ਕਰਦੇ ਕੰਮ ਤੇ ਇਹੀ ਜੀ ਹੁੰਦਾ, ਕੂੜਾ ਕਚਰਾ ਚੱਕਣਾ, ਸੂਰ ਵਗੈਰਾ ਰੱਖ ਲਏ ਜੀ। ਇਹ ਆ ਕੇ ਸਾਡੇ ਛੋਟੇ ਛੋਟੇ ਛੱਪਰੀਆਂ ਪਾ ਕੇ ਉੱਥੇ ਬਹਿ ਜਾਂਦੇ, ਹੌਲੀ ਹੌਲੀ ਉਹਨੂੰ ਪੱਕਾ ਕਰ ਲੈਂਦੇ ਆ ਜੀ। ਤੇ ਅਸੀਂ ਜਾ ਕੇ ਇੱਕ ਵਾਰੀ ਵੀ ਰੋਕ ਕੇ ਵੀ ਆਏ ਆ ਜੀ, ਹਟਾ ਦਿੰਦੇ ਆ ਜੀ, ਉਹ ਫੇਰ ਆ ਜਾਂਦੇ ਜਦ ਤੱਕ ਪ੍ਰੋਪਰ ਸਥਾਈ ਹੱਲ ਨਹੀਂ ਹੁੰਦਾ ਜੀ। ਹੁਣ ਅਸੀਂ ਕਬਜ਼ਾ ਵਾਰੰਟ 2014 ਦਾ ਲਿਆ ਹੋਇਆ ਜੀ, ਤੇ ਅਸੀਂ ਅੱਜ ਕਬਜ਼ਾ ਅਸੀਂ ਕਿਹਾ ਵੀ ਖਾਲੀ ਕਰਾ ਕੇ 4 ਦੀਵਾਰੀ ਕਰਾਈ ਜਾਵੇ ਜੀ, ਪਰ ਹਾਲੇ ਸਾਡੇ ਕੋਲ ਕੋਈ ਪ੍ਰਪੋਜ਼ਲ ਨਹੀਂ ਹੈਗੀ ਵੀ ਅਸੀਂ ਬਣਾਉਣਾ ਕਿਹਾ ਜੀ ਉੱਥੇ, ਕਿਉਂਕਿ ਉਹ ਕਹਿੰਦੇ ਅੱਜ ਖਾਲੀ ਕਰਾ ਲੂੰਗੇ, ਕੱਲ੍ਹ ਨੂੰ ਫੇਰ ਦੱਬ ਲੈਣੀ ਉਹਨੇ। ਇਹਨਾਂ ਨੇ ਜਿਹੜਾ ਧੱਕਾ ਕੀਤਾ ਉਹਦੇ ਅਸੀਂ ਹੋਰ ਖਿਲਾਫ ਹਾਂ। ਅਸੀਂ ਉਹਦਾ ਜਵਾਬ ਦੇਵਾਂਗੇ ਮੂੰਹ ਤੋੜਵਾ। ਜਿਹੜਾ ਇਹਨਾਂ ਨੇ ਅੰਦਰ ਜਾ ਕੇ ਉਹਨੂੰ ਸ਼ਰਾਬ ਵੀ ਪਿਲਾਈ, ਹੋਰ ਵੀ ਕਰਾਈ, ਉਹਦਾ ਜਵਾਬ ਮੌਕੇ 'ਤੇ ਮਿਲੂਗਾ ਹੁਣ ਵੋਟਾਂ 'ਤੇ ਇਹਨਾਂ ਨੂੰ, ਕਾਂਗਰਸੀਆਂ ਨੂੰ। ਇਹ ਨਹੀਂ ਹੈਗਾ ਵੀ ਇੱਥੇ ਚੂੜੀਆਂ ਨਹੀਂ ਪੈਣੀ ਬੈਠੇ ਸੀ। ਜੇ ਬਲਬੀਰ ਸਿੱਧੂ ਤੇ ਪੁਲਿਸ ਲੈ ਕੇ ਵੜ ਸਕਦਾ, ਪਿੰਡ ਵਾਲੇ ਵੀ ਲੈ ਕੇ ਡਾਂਗਾ ਖੜਦੇ ਸੀ। ਗੱਲ ਸਮਝੇ ਸੀ? ਪਿੰਡ ਵਾਲੇ ਪਬਲਿਕ ਮੂਹਰੇ ਕੋਈ ਕੁਛ ਨਹੀਂ ਹੁੰਦਾ। ਜਾਂ ਕਰ ਰਹੇ ਨੇ ਕਬਜ਼ਾ, ਜੇ ਇੱਕ ਪਿੰਡ ਇੱਕ ਹੋ ਕੇ ਖੜ ਜਾਵੇ ਤਾਂ ਕਿੱਦਾਂ ਕਰ ਲੈਣਗੇ? ਅਗਰ ਉਹਨੇ ਬਣਾਉਣਾ ਸੀਗਾ, ਬਲੌਂਗੀ ਦੀ ਜ਼ਮੀਨ ਤੇ ਕਿਉਂ ਬਣਾਇਆ ਉਹਨੇ? ਆਪਣੀ ਜ਼ਮੀਨ ਲੈ ਕੇ ਬਣਾਉਂਦਾ ਜੇ ਉਹਨੇ ਕੋਈ ਸੇਵਾ ਕਰਨੀ ਸੀਗੀ। ਜਦ ਇਹ ਵੱਡੇ ਵੱਡੇ ਧਨਾੜ ਬੰਦੇ ਆ, 10-11 ਬੰਦੇ ਦੇ ਜਿਹੜਾ ਮੈਂਬਰ ਹੈ, ਇਹ ਬਲੌਂਗੀ ਦੀ ਜ਼ਮੀਨ ਇਹਨੇ ਕਿਉਂ ਲੈ ਕੇ ਬਣਾਇਆ ਉਹ, ਜਦ ਕਿ ਕੋਰਟ ਸਟੇ ਚੱਲਦਾ। ਬਾਕੀ ਰਹੀ ਗਾਈਆਂ ਦੀ ਗੱਲ, ਮੈਂ ਪੂਰੀ ਬਲੌਂਗੀ ਤੁਹਾਨੂੰ ਇੱਕ ਵੀ ਦੱਸ ਦਿੰਦਾ ਵੀ ਪੂਰੀ ਬਲੌਂਗੀ ਘੱਟ ਤੇ ਘੱਟ ਵੀ 200-300 ਅਵਾਰਾ ਗਾਈ ਘੁੰਮਦੀ ਹੈ, ਹੁਣ ਵੀ ਘੁੰਮ ਰਹੀ ਹੈ। ਤੇ ਕੋਈ ਇਹ ਬਲੌਂਗੀ ਕਲੋਨੀ ਬਲੌਂਗੀ ਵਾਸਤੇ ਉਹ ਨਹੀਂ ਹੈਗਾ, ਉਹ ਤਾਂ ਉਹਨੇ ਦੁਧਾਰੂ ਗਾਈਆਂ ਰੱਖੀਆਂ ਵਾ, ਦੁੱਧ ਵੇਚਦੇ ਆ। ਹੋਰ ਕੋਈ ਅਵਾਰਾ ਗਾਈ ਨਹੀਂ ਉੱਥੇ ਹੈ ਕੋਈ ਵੀ, ਉਹ ਤਾਂ ਦੁੱਧ ਵੇਚਣ ਵਾਲੀਆਂ ਗਾਈਆਂ ਉੱਥੇ ਰੱਖੀਆਂ ਉਹਨਾਂ ਨੇ, ਉਹ ਤਾਂ ਬਿਜ਼ਨਸ ਖੋਲ੍ਹ ਲਿਆ ਉਹਨਾਂ ਨੇ, ਘਾਹ ਲੈਣਾ ਦਾਨ ਵਜੋਂ। ਕਲੋਨੀਆਂ ਦੇ ਵਿੱਚ ਜਿਹੜੀ ਜ਼ਮੀਨਾਂ ਇਹਨਾਂ ਪਿੰਡ ਦੇ ਬੰਦਿਆਂ ਨੇ ਜ਼ਮੀਨਾਂ ਵੇਚ ਕੇ ਉੱਥੇ ਸਾਰੀਆਂ ਕਲੋਨੀਆਂ ਕੱਟਤੀਆਂ, ਜਿੰਨੀ ਵੀ ਜ਼ਮੀਨ ਸੀਗੀ ਉਹ ਸਾਰੀ ਕਲੋਨੀਆਂ ਕੱਟਤੀਆਂ। ਹੁਣ ਮੇਰੇ ਖਿਆਲ ਹੈ 5% ਵੀ ਜ਼ਮੀਨ ਬਲੌਂਗੀ ਦੇ ਪਿੰਡ ਦੇ ਬੰਦਿਆਂ ਦੇ ਕੋਲ ਨਹੀਂ ਹੋਣੀ, ਬਾਕੀ ਸਾਰੀ ਜ਼ਮੀਨ 95% ਜ਼ਮੀਨ ਦੇ ਵਿੱਚ ਮਕਾਨ ਬਣ ਗਏ ਜੀ। ਸਾਡੀ ਜਿਹੜੀ ਕਲੋਨੀ ਦਾ ਉਦੋਂ 1000 ਘਰ ਸੀ ਨਾ 90 'ਚ, ਅੱਜ ਉੱਥੇ 3600 ਘਰ ਹੈ ਜੀ। ਜਿਹੜਾ ਪਿੰਡ ਹੈ ਜੀ ਉੱਥੇ 300 ਦੀ ਜਗ੍ਹਾ 600 ਘਰ ਹੋ ਗਿਆ ਜੀ। ਹੁਣ ਪਿੰਡ ਦੇ ਵਿੱਚ ਵੀ ਕੋਈ ਜ਼ਮੀਨ ਨਹੀਂ ਹੈਗੀ, ਕਲੋਨੀ 'ਚ ਵੀ ਕੋਈ ਜ਼ਮੀਨ ਨਹੀਂ ਹੈਗੀ। ਵੋਟ ਸਾਨੂੰ ਤਾਂ ਲੁੱਟ ਕੇ ਚੱਲ ਜਾਂਦੇ ਜੀ, ਵੋਟਾਂ ਪਵਾਲਾਂ ਦੇ ਲਾਰੇ ਲਾ ਕੇ। ਜਿੱਦਾਂ ਹੁਣ ਇਹਨਾਂ ਨੇ ਸਹੁੰ ਖਾ ਲਈ ਜੀ, ਮੁਕਤਸਰ ਸਾਹਿਬ ਦੀ ਧਰਤੀ 'ਤੇ ਸਹੁੰ ਖਾਧੀ ਹੈ ਕੈਪਟਨ ਸਾਹਿਬ ਨੇ ਕਿ ਮੈਂ ਨਸ਼ਾ ਮੁਕਤ ਕਰੂੰਗਾ, ਮੈਂ ਸਮਾਰਟਫੋਨ ਦਊਂਗਾ, ਮੈਂ 90 ਜਿੰਨਾ ਵੀ ਕਰੋੜ ਕਿਸਾਨਾਂ ਦਾ ਕਰਦਾ ਸੀ ਮੈਂ ਸਾਰਾ 'ਤੇ ਲਕੀਰ ਫੇਰੂੰਗਾ, ਚਾਹੇ ਉਹ ਕੋਆਪਰੇਟ ਦਾ ਸੀਗਾ ਚਾਹੇ ਉਹ ਸਰਕਾਰੀ ਸੀਗਾ ਜੀ। ਲਾਰੇ ਲਾ ਕੇ ਚੱਲ ਗਏ। 4800 ਕਰੋੜ ਰੁਪਇਆ ਕਰਜ਼ਾ ਮਾਫ ਕਰਿਆ ਜੀ। 7-8 ਹਜ਼ਾਰ ਕਰੋੜ ਰੁਪਇਆ ਕਿਸਾਨਾਂ ਪਰ ਵਿਆਜ ਪੈ ਗਿਆ ਜੀ, ਉਹਦਾ ਮਾਫ ਘੱਟ ਹੋਇਆ ਜੀ, ਵਿਆਜ ਜ਼ਿਆਦਾ ਪੈ ਗਿਆ। ਕਿਸਾਨਾਂ ਨੇ ਕਰਜ਼ਾ ਦੇਣਾ ਬੰਦ ਕਰਤਾ ਜੀ, ਜੀ, ਉਹ ਵਿਆਜ ਤਾਂ ਪਈ ਜਾਂਦਾ ਜੀ। ਹੁਣ ਕਿਆ ਕਰਿਆ, ਡੱਬਾ ਬਦਲਤਾ ਜੀ ਇਹਨਾਂ ਨੇ ਵੀ 4.5 ਸਾਲ ਹੋ ਗਏ ਤੇ ਜੇ ਕੈਪਟਨ ਦੀ ਵੋਟ ਨਹੀਂ ਪੈਣੀ, ਹੋ ਸਕਦਾ SC ਭਾਈਚਾਰੇ ਦੀ ਵੋਟ ਲੈਣ ਦੀ ਖਾਤਰ ਚੰਨੀ ਸਾਹਿਬ ਨੂੰ ਅੱਗੇ ਕਰਤਾ ਜੀ।
ਦੇਖੋ ਚੀਜ਼ ਉਹੀ ਹੈ, ਕਰਨਾ ਕੁਝ ਨਹੀਂ ਹੈਗਾ। ਪਹਿਲਾਂ ਇਹ ਪੈਚਾਂ ਦੀ ਸਰਕਾਰ ਸੀ, ਚੰਨੀ ਸਾਹਿਬ ਦੇ ਆਪਣੇ ਬਿਆਨ ਹੈ। ਸੁਖਬੀਰ ਜੀ ਨੇ ਪੁੱਛਿਆ ਸੀ ਵੀ ਤੁਹਾਡੀ ਕੋਈ ਪ੍ਰਾਪਤੀ ਦਿਖਾਓ, ਕਹਿੰਦਾ ਸੀ ਪੈਚ ਲਾਏ ਸੜਕਾਂ 2002 ਤੋਂ ਲੈ ਕੇ 2007 ਤੱਕ। ਹੁਣ ਇਹ ਪਰਚਿਆਂ ਦੀ ਸਰਕਾਰ ਹੋ ਗਈ। ਹੁਣ ਜਿਹੜਾ ਕੋਈ ਅੱਖ ਚੱਕਦਾ, ਜਿਹੜਾ ਕੋਈ ਬੋਲਦਾ, ਉਹ ਤੇ ਪਰਚਾ ਦਿੱਤਾ ਜਾਂਦਾ, ਉਹਨੂੰ ਦਬਾਇਆ ਜਾਂਦਾ। ਬੇਅਦਬੀ ਮਾਮਲੇ ਬਹੁਤ ਵੱਡਾ, ਇਹ ਤਾਂ ਕਲੀਅਰ ਹੈ ਪਿਆ ਹੈ ਲੋਕਾਂ ਦੇ ਮਨਾਂ 'ਚ। ਜਿਹੜੀ ਸੀਗੀ ਉਸ ਟਾਈਮ ਇਹਨਾਂ ਨੂੰ ਸਜ਼ਾ ਵੀ ਮਿਲ ਗਈ ਫਿਰ 2017 'ਚ। ਜੇ ਪਿਆ ਸੀ ਨਾ ਲੋਕਾਂ ਦੇ ਮਨਾਂ ਸੀਗਾ 2017 ਸਜ਼ਾ ਮਿਲ ਗਈ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਵੋਟਾਂ ਨਾਲ ਕਾਂਗਰਸ ਸਰਕਾਰ ਬਣਾਈ ਸੀ ਇਹਨਾਂ ਚੀਜ਼ਾਂ ਕਰਕੇ ਹੀ। ਫਿਰ ਇਹਨਾਂ ਨੇ ਸੌਹਾਂ ਖਾਧੀਆਂ ਵਾ, ਇਹ ਨਸ਼ੇ ਨੂੰ ਲਗਾਮ ਲਗਾਉਣਗੇ, ਮਾਈਨਿੰਗ ਮਾਫੀਆ ਨੂੰ ਲਗਾਉਣਗੇ, ਲੋਕਾਂ ਨੂੰ ਸਮਾਰਟਫੋਨ ਦੇਣਗੇ, ਲੋਕਾਂ ਕੋਲੋਂ ਫਾਰਮ ਭਰਾ ਕੇ ਰੱਖ ਲਏ ਜੀ ਬੋਰੀਆਂ ਦੇ ਬੋਰੀਆਂ। ਤੇ ਮੇਰੇ ਖਿਆਲ ਬਲੌਂਗੀ ਦੇ ਵਿੱਚੋਂ ਘੱਟ ਤੋਂ ਘੱਟ ਵੀ 1.5 ਲੱਖ ਐਪਲੀਕੇਸ਼ਨ ਲੈ ਲਈ ਹੋਣੀ ਨੇ, ਇਕੱਠੀ ਕਰ ਲਈ ਹੋਣੀ ਨੇ 1.5 ਲੱਖ। ਉਹ ਬੋਰੀਆਂ 'ਚ ਪਾ ਕੇ ਚੱਕ ਕੇ ਬਾਅਦ 'ਚ ਨਦੀ ਸੁੱਟਦੀ। ਜਿਹਨਾਂ ਬੰਦੇ ਨੇ ਫਾਰਮ ਭਰਵਾਏ ਸੀ ਨਾ, ਉਹ ਚੱਕ ਕੇ ਨਦੀ ਸੁੱਟਤੇ। ਸੁਖਬੀਰ ਜੀ ਕਹਿੰਦੇ ਵੀ ਜਿਹੜਾ ਕੱਖ ਨਾ ਰਹੇ ਉਸ ਬੰਦੇ ਦਾ ਜਿਹਨੇ ਬੇਅਦਬੀ ਕਰਾਈ ਹੋਵੇ ਜਾਂ ਜਿਹੜਾ ਬੇਅਦਬੀ ਦੇ ਉੱਤੇ ਰਾਜਨੀਤੀ ਕਰਦਾ ਹੈ। ਹੁਣ ਸੁਖਬੀਰ ਦੀ ਗੱਲ ਸਾਨੂੰ ਯਾਦ ਆਉਂਦੀ ਹੈ ਵੀ ਕੱਖ ਨਾ ਰਹੇ ਵਾਲੀ ਗੱਲ ਕੈਪਟਨ ਅਮਰਿੰਦਰ ਤੇ ਪੂਰੀ ਢੁੱਕ ਗਈ ਜੀ। ਇਹਨਾਂ ਨੇ 4.5 ਸਾਲ ਕੁਛ ਨਹੀਂ ਕਰਿਆ, ਬੇਅਦਬੀ ਦਾ ਕੁਛ ਨਹੀਂ ਕਰਿਆ। ਔਰ ਇਹ ਗੱਲ ਜਦੋਂ ਸੁਖਬੀਰ ਜੀ ਹੱਥ ਇੱਕ ਠੋਕ ਕੇ ਗੱਲ ਕਹਿੰਦੇ ਆ ਵੀ ਕੱਖ ਨਾ ਰਹੇ ਬੇਅਦਬੀ ਕਰਨ ਵਾਲੇ ਦਾ, ਕਰਵਾਉਣ ਵਾਲੇ ਦਾ, ਜਾਂ ਜਿਹੜਾ ਰਾਜਨੀਤੀ ਕਰ ਰਿਹਾ ਤੇ ਕੱਢ ਕੇ ਬਾਹਰ ਮਾਰੇ ਦਾਗੀ ਕਰਕੇ ਫਿਰ ਉਹਨੂੰ ਅੱਖਾਂ 'ਚ ਪਾਣੀ ਆਉਣ ਲੱਗ ਗਿਆ। ਲੋਕਾਂ ਦੇ ਅੱਖਾਂ 'ਚ ਪਾਣੀ ਆਉਂਦਾ, ਲੋਕ ਰੋਂਦੇ ਆ। ਗਲੀਆਂ 'ਚ ਗੰਦ ਇੱਥੇ ਗੰਦ ਪੂਰੇ ਪਿੰਡ ਦਾ ਗਿਰਦਾ ਸੀਗਾ। ਐਸਡੀਐਮ ਆ ਗਿਆ ਇੱਕ ਵਾਰ, ਮੈਂ ਐਸਡੀਐਮ ਨੂੰ ਆਖਿਆ, ਉਹ ਇੱਥੇ ਸਫਾਈ ਕਰਨ ਲੱਗਾ। ਮੈਂ ਕਿਹਾ ਗੱਲ ਤਾਂ ਇਹ ਹੈ ਜੀ, ਆਹ ਗੰਦ ਇੱਥੋਂ ਰੋਕਿਆ ਜਾਵੇ, ਇਹਦੇ ਲਈ ਤੁਸੀਂ ਕੋਈ ਵੀ ਚਾਹੇ 4 ਦੀਵਾਰੀ ਕਰਕੇ ਇਹਦਾ ਕੂੜੇ ਦਾ ਪ੍ਰਬੰਧ ਕਰੋ। ਐਸਡੀਐਮ ਨੇ ਉਸੇ ਟਾਈਮ ਉੱਥੇ ਪਾਈਪਾਂ ਲਵਾਤੀਆਂ। ਪਰ ਇਹ ਸਿੱਧੂ ਇਹਨਾਂ ਪਰਿਵਾਰ ਵੱਲੋਂ ਕਦੇ ਵੀ ਇੱਥੇ ਗੇੜਾ ਮਾਰ ਜਾਣਗੇ ਇੱਕ ਗਰੁੱਪ ਵਾਈਜ਼ ਤੌਰ ਤੇ। ਨਹੀਂ ਇੱਥੇ ਤਾਂ ਅਸੀਂ ਕਾਂਗਰਸ ਨੂੰ ਮੂੰਹ ਹੀ ਨਹੀਂ ਲਾਉਂਦੇ, ਅਸੀਂ ਤਾਂ ਧੱਕੇ ਪੂਰਾ ਜ਼ੋਰ ਲਾਵਾਂਗੇ। ਅਸੀਂ ਵੋਟ ਨਹੀਂ ਸਪੋਰਟ ਕਰਾਂਗੇ ਦੂਜੀ ਪਾਰਟੀ ਨੂੰ, ਕਿਉਂਕਿ ਤਾਂ ਕਰੇ ਹੀ ਨਹੀਂ ਹੈਗਾ। ਡਿਵੈਲਪਮੈਂਟ ਤਾਂ ਜੀ ਬਰਾਬਰ ਹੈ ਜੀ, ਕਿਉਂਕਿ ਕਲੋਨੀ 'ਚ ਪਹਿਲਾਂ ਬਹੁਤ ਕੱਚੀਆਂ ਸੜਕਾਂ ਸੀਗੀਆਂ ਜੀ, ਮਤਲਬ ਪਿਛਲੀ ਟਰਮ ਦੇ ਵਿੱਚ। ਇਸ ਸਾਲ ਜਾਣੀ ਕਿ ਤਕਰੀਬਨ ਤੁਸੀਂ ਘੁੰਮਿਓ ਸਾਰੀਆਂ ਪੱਕੀਆਂ ਹੋ ਗਈਆਂ ਜੀ, ਮਤਲਬ 90% ਗਲੀਆਂ ਕਲੋਨੀ ਦੀਆਂ ਪੱਕੀਆਂ ਹੋਈਆਂ ਜੀ। ਚਲੋ ਪੰਚਾਇਤ ਦੂਜੀ ਹੈ ਪਰ ਕੰਮ ਤਾਂ ਦਿਖਦਾ ਹੈ ਜੀ। ਤੇ ਇਹਨਾਂ ਦੇ ਸਮੇਂ ਹੀ ਹੋਇਆ ਜੀ, ਨਹੀਂ ਪਹਿਲੇ ਇੰਨਾ ਕਦੀ ਕੰਮ ਨਹੀਂ ਹੋਇਆ ਜਿੰਨਾ ਇਸ ਵਾਰੀ ਹੋਇਆ ਜੀ। ਗਲੀ ਕੋਈ ਕੱਚੀ ਨਹੀਂ ਰਹੀ, ਕਿਉਂਕਿ ਜੋ ਉਹਨੇ ਵਾਅਦੇ ਕਰੇ ਸੀ ਉਹ ਤਾਂ ਪੂਰਾ ਕਰੇ। ਬਾਜ਼ਾਰ 'ਚ ਡਰੇਨ ਪੜੀ ਨਾ, ਬਾਜ਼ਾਰ ਤਾਂ ਅਸੀਂ ਆਪੇ ਕਹਿੰਦੇ ਬਾਜ਼ਾਰ ਦਾ ਕੰਮ ਰੁਕਿਆ, ਬਾਕੀ ਗਲੀਆਂ ਪੱਕੀਆਂ ਹੋਈਆਂ। ਬਾਜ਼ਾਰ ਦੀ ਇੱਕ ਸਾਈਡ ਡਰੇਨ ਪੈ ਗਈ, ਦੂਜੀ ਸਾਈਡ ਡਰੇਨ ਪੈਣੀ ਹੈ ਜੀ। ਇਹ ਸਾਡਾ 1.5 ਕਰੋੜ ਦਾ ਪ੍ਰੋਜੈਕਟ ਸੀਗਾ ਜੀ, ਤੇ ਇੱਕ ਸਾਨੂੰ ਪਹਿਲੀ ਗ੍ਰਾਂਟ ਆ ਗਈ 50 ਲੱਖ ਰੁਪਏ ਦੀ, ਉਹਦੀ ਪਾਈਪਲਾਈਨ ਪੈ ਗਈ, ਦੂਜੇ ਪਾਸੇ ਪੈਣੀ ਸੀਗੀ। ਤੇ ਉੱਪਰ ਥੋੜਾ ਫਿਰ ਉਹ ਸਰਕਾਰ ਚੇਂਜ ਹੋਣੇ ਕਰਕੇ ਥੋੜਾ ਚੱਕਰ ਪਿਆ ਜੀ। ਬਿਲਕੁਲ ਹੀ ਨਹੀਂ, ਬਿਲਕੁਲ ਹੀ ਨਹੀਂ ਕਰਨਾ। ਹਾਂ ਕੋਈ ਚੰਗਾ ਆ ਕੇ ਖੜ ਜਾਵੇ, ਚਾਹੇ ਮੁੱਖ ਮੰਤਰੀ ਵੀ ਖੜ ਜਾਵੇ, ਚੰਨੀ ਉਹਦੀ ਸਪੋਰਟ ਕਰਾਂਗੇ। ਹਾਂ ਜਿਹੜੇ ਨਵੇਂ ਬਦਲ ਕੇ ਆਉਂਦੇ ਕੋਈ ਪਾਰਟੀਆਂ 'ਚੋਂ ਦਲ ਬਦਲੂਆ, ਉਹਨਾਂ ਦੇ ਆਪਾਂ ਕਹਿ ਨਹੀਂ ਸਕਦੇ, ਉਹ ਕਿਸੇ ਪਾਰਟੀ ਨਾਲ ਹੋ ਸਕਦੇ ਆ। ਜਿਹੜੇ ਅਸੀਂ ਕੱਟੜ ਆ, ਉਹ ਅੰਦਰੋਂ ਖਾਤੀ ਸਾਡੀ ਸਾਰੇ ਮੀਟਿੰਗ ਹੁੰਦੀ ਆ, ਗੱਲਬਾਤ ਹੁੰਦੀ ਆ, ਉਹ ਕਹਿੰਦੇ ਅਸੀਂ ਇਸ ਵਾਰ ਨਹੀਂ ਸਪੋਰਟ ਕਰਾਂਗੇ। ਜਿੱਦਾਂ ਹੀ ਸਰਕਾਰ ਤੋਂ ਕਿਸੇ ਗਲੀ ਦੀ ਨਾਲੀ ਦੀ ਡਿਮਾਂਡ ਕਰਦੇ ਆ ਵੀ ਬਣਾਉਣੀ ਆ, ਤਾਂ ਜੇ ਆਪਾਂ 4 ਗਲੀਆਂ ਨੂੰ ਪਾਸ ਕਰਾ ਲਏ ਤਾਂ 8 ਅੱਗੇ ਨੂੰ ਤਿਆਰ ਹੋਰ ਹੋ ਜਾਂਦੀਆਂ, ਕਿਉਂਕਿ ਉਰੇ ਜਿਹੜੇ ਕਲੋਨੀ ਜ਼ਿਮੀਦਾਰ ਆਪਣੇ ਕੱਟ ਦਿੰਦੇ ਆ ਜੀ ਉਹ ਕਲੋਨੀਆਂ, ਤੇ ਜਿਹੜੀਆਂ ਸੜਕਾਂ ਆ ਪਾਣੀ ਦੇ ਸੀਵਰ ਦਾ ਉਹ ਸਾਡੇ ਗਲ ਪੈ ਜਾਂਦਾ ਜੀ ਪੰਚਾਇਤੀ ਤੌਰ ਤੇ। ਜਾਂ ਬੰਦੇ ਦੀ ਰਿਹਾਇਸ਼ ਹੋ ਜਾਂਦੀ ਹੈ ਤਾਂ ਅਗਲਾ ਕਹਿੰਦਾ ਪਿੰਡ ਦਾ ਬਣ ਗਿਆ ਜੀ ਬੰਦਾ, ਤੇ ਮੈਨੂੰ ਤੁਸੀਂ ਦਿਓ ਜੀ, ਪਾਣੀ ਵੀ ਦਿਓ, ਮੈਨੂੰ ਸੀਵਰ ਵੀ ਦਿਓ ਜੀ, ਤੇ ਉਹ ਸਾਨੂੰ ਫਿਰ ਵੋਟ ਰਾਜ ਦੇਣਾ ਹੀ ਪੈਂਦਾ ਜੀ। ਉਹ ਫਿਰ ਇਸੇ ਗੱਲ ਕਰਕੇ ਸਾਡੀ ਤਾਂ ਕੰਸਟਰਕਸ਼ਨ ਮਤਲਬ ਚੱਲਦੀ ਹੋ ਰਹਿੰਦੀ ਹੈ ਜੀ ਆਹ, ਕਿਉਂਕਿ ਜਿੰਨਾ ਕੁ ਆਪਣਾ ਬਣਿਆ ਉਹਨਾਂ ਕੁ ਅੱਗੇ ਨੂੰ ਫਿਰ ਸਾਨੂੰ ਤਿਆਰ ਕਰਨੇ ਨੂੰ ਪੈਂਦਾ ਜੀ। ਉਹ ਬਲੌਂਗੀ ਦਾ ਤਾਂ ਇੱਕ ਤਾਂ ਸਾਨੂੰ ਜੀ ਉਰੇ ਮਤਲਬ ਉਹੀ ਦੁਸਹਿਰਾ ਗਰਾਊਂਡ ਹੈ ਜੀ, ਅਸੀਂ ਉਹਨੂੰ ਚਾਹੁੰਦੇ ਵੀ ਪੱਕਾ ਹੋ ਜਾਵੇ, ਕੋਈ ਗੰਦਗੀ ਗਿਰਨੇ ਤੇ ਹਟ ਜੂਗੀ। ਉਹਦੀ 4 ਦੀਵਾਰੀ ਬਾਰੇ ਅਸੀਂ ਇਹਨੂੰ ਕਿਹਾ ਵੀ ਕਰਾਓ। ਇਸ ਵਾਰੀ ਹੁਣ ਰਾਮਲੀਲਾ ਦੇ ਆਏ ਸੀਗੇ ਜੀ ਮੰਤਰੀ ਸਾਹਿਬ, ਰਿਕੁਐਸਟ ਕਰੀ, ਉਹ ਕਹਿੰਦੇ ਠੀਕ ਹੈ ਜੀ। ਇੱਕ ਸਾਡੇ ਪਿੱਛੇ ਅਸੀਂ ਉਰੇ ਪਾਰਕ ਬਣਾਉਣੀ ਹੈ ਜੀ, ਇਹਦਾ ਕੰਮ ਸ਼ੁਰੂ ਕਰਨ ਲੱਗੇ ਅਸੀਂ। ਤੇ ਇੱਕ ਆਪਣਾ ਜਿਹੜੀ ਫਿਰਨੀ ਸੀ ਇਹ ਪੱਕੀ ਕਰਾਉਣੀ ਹੈ ਜੀ, ਇਹਦਾ ਜਾਣੀ ਕਿ ਹੁਣ ਰੁਕ ਗਿਆ ਕੰਮ। ਇਹੀ 2 ਬਾਕੀ ਗਲੀਆਂ ਤਕਰੀਬਨ ਸਾਡੀਆਂ ਪੱਕੀਆਂ ਹੋ ਗਈਆਂ। ਸਕੂਲ ਸਾਡਾ ਬਣ ਗਿਆ, ਪਾਣੀ ਦਾ ਸਿਸਟਮ ਠੀਕ ਹੈ ਜੀ, ਥੋੜੀ ਸੀਵਰ ਦੀ ਪ੍ਰੋਬਲਮ ਹੈਗੀ ਹੈ ਜੀ, ਕਿਉਂਕਿ ਅੱਗੇ ਜਿਹੜੀ ਡਿਵੈਲਪਮੈਂਟ ਜ਼ਿਆਦਾ ਲੋਕਾਂ ਨੂੰ ਕੰਸਟਰਕਸ਼ਨ ਹੋਣੇ ਕਰਕੇ ਨਾ ਜੀ ਉਹ ਸੀਵਰ ਪੈਣੀ ਹੈ ਜੀ, ਅੱਗੇ ਉਹ ਲੋਡ ਵਧਿਆ ਥੋੜਾ। ਬਾਕੀ ਤਾਂ ਠੀਕ ਹੈ ਜੀ ਕੰਮ।